AM ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਕੰਮ ਮਰੀਜ਼ਾਂ ਦਾ ਇਲਾਜ ਕਰਨਾ ਹੈ। ਮੈਂ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਸੀਨੀਅਰ ਡਾਕਟਰ ਸੀ ਅਤੇ ਮੇਰਾ ਇੱਕ ਪ੍ਰਾਈਵੇਟ ਕਲੀਨਿਕ ਵੀ ਸੀ। ਮੇਰਾ ਨਾਮ ਕਮਲ ਹੈ। ਜ਼ਿੰਦਗੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਨ੍ਹਾਂ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਪਰ ਇਹ ਇੱਕ ਛੋਟੀ ਜਿਹੀ ਕੁੜੀ ਦੀ ਕਹਾਣੀ ਸੀ ਜਿਸ ਨੇ ਨਾ ਸਿਰਫ ਮੈਨੂੰ ਹੈਰਾਨ ਕਰ ਦਿੱਤਾ ਸੀ, ਸਗੋਂ ਮੈਨੂੰ ਸਾਰੀ ਉਮਰ ਆਪਣੀਆਂ ਧੀਆਂ ਬਾਰੇ ਸੋਚਣ ਲਈ ਮਜਬੂਰ ਕੀਤਾ। ਬੁੱਧਵਾਰ ਦਿਨ ਸੀ ਜਦੋਂ ਇੱਕ ਔਰਤ ਆਪਣੀ 12 ਸਾਲ ਦੀ ਧੀ ਨਾਲ ਮੇਰੇ ਕਲੀਨਿਕ ਵਿੱਚ ਦਾਖਲ ਹੋਈ। ਜਦੋਂ ਮੇਰੀ ਨਜ਼ਰ ਉਸ ਕੁੜੀ ਤੇ ਪਈ ਤਾਂ ਮੈਂ ਹੈਰਾਨ ਰਹਿ ਗਈ ਸੀ। ਬੱਚੀ ਦਾ ਪੇਟ ਹੱਦ ਤੋਂ ਵੱਧ ਬਾਹਰ ਨਿਕਲ ਰਿਹਾ ਸੀ। ਜਦੋਂ ਮੈਂ ਬੱਚੀ ਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ਸ਼ਾਇਦ ਉਹ ਕਿਸੇ ਬਿਮਾਰੀ ਤੋਂ ਪੀੜਿਤ ਹੈ ਜਾਂ ਉਸ ਦਾ ਪੇਟ ਬਹੁਤ ਵੱਡਾ ਹੋ ਸਕਦਾ ਹੈ। ਉਸ ਦੇ ਪੇਟ ਵਿੱਚ ਪਾਣੀ ਇਕੱਠਾ ਹੋ ਗਿਆ ਹੋਵੇਗਾ। ਪਰ ਜਦੋਂ ਮੈਂ ਬੱਚੀ ਦੀ ਮਾਂ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਕੀ ਗੱਲ ਹੈ ਨਸੀਬ, ਤੁਸੀਂ ਰੋ ਕਿਉਂ ਰਹੇ ਹੋ? ਮੇਰੀ ਗੱਲ ਸੁਣ ਕੇ ਉਸਨੇ ਆਪਣੀ ਝੋਲੀ ਮੇਰੇ ਸਾਹਮਣੇ ਫੈਲਾ ਦਿੱਤੀ। ਮੈਂ ਘਬਰਾਹਟ ਵਿੱਚ ਉਸ ਵੱਲ ਦੇਖਿਆ। ਉਸ ਨੇ ਆਪਣੀ ਚੁੰਨੀ ਨੂੰ ਮੇਰੇ ਚਰਨਾਂ ਵਿੱਚ ਰੱਖਿਆ। ਡਾਕਟਰ ਸਾਹਿਬ, ਰੱਬ ਦੀ ਖਾਤਰ ਮੇਰੀ ਇੱਜ਼ਤ ਬਚਾ ਲਓ। ਜਦੋਂ ਮੈਂ ਕੁੜੀ ਦੀ ਮਾਂ ਵੱਲ ਦੇਖਿਆ ਤਾਂ ਮੈਂ ਸਮਝ ਗਈ ਕਿ ਸਮੱਸਿਆ ਕੀ ਹੈ। ਦਰਅਸਲ 12 ਸਾਲ ਦੀ ਬੱਚੀ ਗਰਭਵਤੀ ਸੀ। ਹੁਣ ਕੁੜੀ ਦੀ ਮਾਂ ਮੈਨੂੰ ਪੁੱਛ ਰਹੀ ਸੀ ਕਿ ਕੀ ਮੈਂ ਉਸ ਦੀ ਜਾਨ ਬਚਾ ਲਵਾਂ ਜਾਂ ਉਸ ਦੀ ਇੱਜ਼ਤ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਉਸ ਦੀ ਧੀ ਗਰਭਵਤੀ ਹੈ। ਮੈਂ ਬੇਚੈਨੀ ਨਾਲ ਉਸ ਵੱਲ ਦੇਖਿਆ ਤੇ ਕਿਹਾ ਕਿ ਉਸ ਦਾ ਅਲਟਰਾਸਾਊਂਡ ਕਰਾਂਗੀ। ਡਾਕਟਰ ਸਾਹਿਬ, ਅਲਟਰਾਸਾਊਂਡ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੀ ਬੱਚੀ ਗਰਭਵਤੀ ਹੈ। ਕੀ ਤੁਸੀਂ ਨਹੀਂ ਦੇਖ ਸਕਦੇ ਹੋ? ਤੁਸੀਂ ਡਾਕਟਰ ਹੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਜਿਹਾ ਹੀ ਹੈ। ਪਰ ਮੈਨੂੰ ਤੁਹਾਡੀ ਧੀ ਨੂੰ ਦੇਖਣਾ ਪਵੇਗਾ। ਬੱਚੇ ਦੀ ਸਿਹਤ ਕਿਹੋ ਜਿਹੀ ਹੈ ਅਤੇ ਉਹ ਕਿਵੇਂ ਗਰਭਵਤੀ ਹੋਈ? ਕੀ ਉਸ ਨਾਲ ਬਲਾਤਕਾਰ ਹੋਇਆ ਹੈ ਜਾਂ ਕਿਸੇ ਨੇ ਉਸ ਨਾਲ ਕੁਝ ਗਲਤ ਕੀਤਾ ਹੈ? ਮੈਂ ਕੁੜੀ ਦੀ ਮਾਂ ਵੱਲ ਦੇਖਿਆ ਤੇ ਕਿਹਾ, ਨਹੀਂ, ਮੈਨੂੰ ਇਹ ਨਹੀਂ ਪਤਾ। ਤੁਸੀਂ ਉਸ ਨੂੰ ਪੁੱਛੋ। ਇਸ ਨੇ ਸਾਡਾ ਮੂੰਹ ਕਾਲਾ ਕਰਵਾ ਦਿੱਤਾ ਹੈ। ਕੋਈ ਕਸਰ ਨਹੀਂ ਛੱਡੀ। ਇਸ ਔਰਤ ਨੇ ਆਪਣੀ ਧੀ ਵੱਲ ਨਫ਼ਰਤ ਨਾਲ ਦੇਖਿਆ ਅਤੇ ਉਸ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਪਰ ਜੇਕਰ ਉਸ ਦੇ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਜਿੰਦਾ ਦਫਨਾ ਦੇਣਗੇ। ਕੀ ਤੁਹਾਡੀ ਧੀ ਦਾ ਪੇਟ ਇੰਨਾ ਵੱਡਾ ਹੈ ਕਿ ਉਸ ਦੇ ਪਿਤਾ ਨੇ ਨਹੀਂ ਦੇਖਿਆ? ਮੇਰੀ ਗੱਲ ਸੁਣ ਕੇ ਉਸ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਕਿ ਨਹੀਂ, ਉਹ ਸੋਚਦਾ ਹੈ ਕਿ ਉਸ ਦਾ ਪੇਟ ਪਾਣੀ ਨਾਲ ਭਰ ਗਿਆ ਹੈ ਜਾਂ ਉਸ ਨੂੰ ਕੋਈ ਇਨਫੈਕਸ਼ਨ ਹੋ ਗਈ ਹੈ। ਵੈਸੇ ਵੀ ਮੇਰੀ ਬੇਟੀ ਦੀ ਸਿਹਤ ਬਹੁਤ ਠੀਕ ਨਹੀਂ ਰਹਿੰਦੀ। ਉਹ ਟਿਊਸ਼ਨ ਲਈ ਇਲਾਕੇ ਵਿੱਚ ਜਾਂਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਵੀ ਹੈ। ਮੇਰਾ ਮਤਲਬ ਉਹ ਆਪਣੇ ਤੋਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਹੈ ਕਿਉਂਕਿ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦੀ ਹੈ। ਇਹ ਉਸ ਦਾ ਬਚਪਨ ਹੈ। ਇਹ ਨਾ ਸੋਚੋ ਕਿ ਮੈਂ ਉਸ ਦੀ ਮਾਂ ਹੋ ਕੇ ਉਸ ਦਾ ਪੱਖ ਲੈ ਰਹੀ ਹਾਂ, ਪਰ ਅਸਲੀਅਤ ਇਹ ਹੈ ਕਿ ਸਾਡੇ ਬੱਚੇ ਬਹੁਤ ਚੰਗੇ ਮਾਹੌਲ ਵਿੱਚ ਰਹਿੰਦੇ ਹਨ। ਸਾਡਾ ਸਮਾਜ ਵੀ ਬਹੁਤ ਵਧੀਆ ਹੈ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਕੂਲ ਦਾ ਮਾਹੌਲ ਵੀ ਵਧੀਆ ਹੈ। ਹਰ ਤਰ੍ਹਾਂ ਦੀਆਂ ਸਹੂਲਤਾਂ ਹਨ। ਮੇਰੀ ਧੀ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੈ। ਉਸ ਔਰਤ ਨੇ ਇਹ ਕਹਿ ਕੇ ਸਿਰ ਝੁਕਾ ਲਿਆ। ਇਸ ਲਈ ਮੈਨੂੰ ਉਸ ਤੇ ਸ਼ੱਕ ਹੋਣ ਲੱਗਾ। ਇਹ ਸੰਭਵ ਨਹੀਂ ਸੀ ਕਿ ਪਰਮਾਤਮਾ ਉਹਨਾਂ ਨੂੰ ਕੀਤੇ ਬਿਨਾਂ ਪਾਪਾਂ ਦੀ ਸਜ਼ਾ ਦੇ ਰਿਹਾ ਸੀ। ਇਹ ਬੱਚੀ ਗਰਭਵਤੀ ਹੋ ਗਈ ਸੀ। ਕਿਸੇ ਨੇ ਇਹ ਗੁਨਾਹ ਜ਼ਰੂਰ ਕੀਤਾ ਹੋਵੇਗਾ, ਨਹੀਂ ਤਾਂ ਮਾਂ ਦੀ ਕੋਈ ਲਾਪਰਵਾਹੀ ਜ਼ਰੂਰ ਹੋਈ ਹੋਵੇਗੀ ਜਿਸ ਕਾਰਨ ਉਸ ਦੀ ਲੜਕੀ ਦੀ ਇਹ ਹਾਲਤ ਸੀ। ਮੈਂ ਮਨ ਵਿੱਚ ਸੋਚ ਰਹੀ ਸੀ, ਉਸ ਦੀ ਮਾਂ ਮੇਰੇ ਨਾਲ ਅੱਖ ਨਹੀਂ ਮਿਲਾ ਰਹੀ ਸੀ। ਲੱਗਦਾ ਸੀ ਕਿ ਉਸ ਦੀ ਮਾਂ ਮੈਨੂੰ ਸਾਰੀ ਕਹਾਣੀ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ ਕਿ ਤੁਹਾਡੀ ਬੇਟੀ ਦਾ ਅਲਟਰਾਸਾਊਂਡ ਕਰਵਾਉਣਾ ਹੋਵੇਗਾ ਤਾਂ ਹੀ ਮੈਨੂੰ ਪਤਾ ਲੱਗ ਸਕੇਗਾ ਕਿ ਤੁਹਾਡੀ ਧੀ ਕਿਸ ਮਹੀਨੇ ਜਾ ਰਹੀ ਹੈ ਅਤੇ ਇਸ ਦਾ ਕੀ ਇਲਾਜ ਕੀਤਾ ਜਾ ਸਕਦਾ ਹੈ। ਇਹ ਔਰਤ ਅਲਟਰਾਸਾਊਂਡ ਕਰਵਾਉਣ ਲਈ ਰਾਜੀ ਹੋ ਗਈ। ਜਦੋਂ ਮੈਂ ਉਸ ਦੀ ਬੱਚੀ ਨੂੰ ਅਲਟਰਾਸਾਊਂਡ ਰੂਮ ਵਿੱਚ ਲੈ ਕੇ ਜਾਣ ਲੱਗੀ ਤਾਂ ਉਸ ਕੁੜੀ ਦੀ ਮਾਂ ਬੋਲੀ, ਡਾਕਟਰ ਸਾਹਿਬ, ਮੈਂ ਵੀ ਨਾਲ ਆਵਾਂਗੀ। ਇਸ ਤਰ੍ਹਾਂ ਲੱਗਦਾ ਸੀ ਕਿ ਔਰਤ ਬੱਚੀ ਨੂੰ ਮੇਰੇ ਨਾਲ ਇਕੱਲਾ ਨਹੀਂ ਭੇਜਣਾ ਚਾਹੁੰਦੀ ਸੀ। ਸ਼ਾਇਦ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਮੇਰੇ ਨਾਲ ਗੱਲ ਕਰੇ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ, ਪਰ ਲੋਕ ਪ੍ਰਾਈਵੇਟ ਕਲੀਨਿਕਾਂ ਵਿੱਚ ਇਸ ਤਰ੍ਹਾਂ ਦੇ ਨਖਰੇ ਕਰਦੇ ਹਨ। ਜੇ ਸਰਕਾਰੀ ਹੋਵੇ ਲੋਕ ਬਹੁਤੀ ਗੱਲ ਨਹੀਂ ਕਰਦੇ।
ਡਾਕਟਰ ਦੀ ਹਰ ਗੱਲ ਤੇ ਵਿਸ਼ਵਾਸ ਕਰਦੇ ਹਨ ਤੇ ਉਹਨਾਂ ਦੀ ਗੱਲ ਵੀ ਮੰਨਦੇ ਹਨ, ਪਰ ਪ੍ਰਾਈਵੇਟ ਕਲੀਨਿਕ ਵਿੱਚ ਕਿਸੇ ਦੀ ਕੋਈ ਨਹੀਂ ਸੁਣਦਾ। ਇਸ ਸਮੇਂ ਇੱਥੇ ਜ਼ਿਆਦਾਤਰ ਮਰੀਜ਼ਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਉਹ ਔਰਤ ਵੀ ਆਪਣੀ ਬੇਟੀ ਨਾਲ ਅਲਟਰਾਸਾਊਂਡ ਰੂਮ ਵਿੱਚ ਆਉਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਨੂੰ ਨਾ ਨਹੀਂ ਕੀਤੀ। ਉਹ ਮੇਰੇ ਨਾਲ ਕਮਰੇ ਵਿੱਚ ਆਈ। ਜਦੋਂ ਉਸ ਨੇ ਆਪਣੀ ਬੇਟੀ ਦਾ ਅਲਟਰਾਸਾਊਂਡ ਕਰਵਾਉਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੀਆਂ ਨਜ਼ਰਾਂ ਇਸ ਸਕਰੀਨ ਤੇ ਟਿਕਾਈਆਂ ਹੋਈਆਂ ਸਨ। ਉਹ ਵੀ ਬੈਠੀ ਦੇਖ ਰਹੀ ਸੀ ਕਿ ਡਾਕਟਰ ਸਾਹਿਬਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਮੇਰਾ ਮਤਲਬ ਕਿ ਉਸ ਦੀ ਧੀ ਦੀ ਇੱਜ਼ਤ ਕਿਵੇਂ ਬਚਾਈ ਜਾ ਸਕਦੀ ਹੈ। ਦੇਖੋ, ਤੁਸੀਂ ਇੱਜ਼ਤ ਅਤੇ ਬੇਇੱਜ਼ਤੀ ਦੀ ਗੱਲ ਨਾ ਕਰੋ। ਉਹ ਇੱਕ ਛੋਟੀ ਜਿਹੀ ਕੁੜੀ ਹੈ ਅਤੇ ਵੈਸੇ ਵੀ ਜਦੋਂ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਤਾਂ ਅਸੀਂ ਉਸ ਨੂੰ ਬਾਰ-ਬਾਰ ਕਿਉਂ ਗਾਲਾਂ ਕੱਢ ਰਹੇ ਹਾਂ? ਉਸ ਦੇ ਸਿਰ ਤੇ ਸਿਰਫ ਇੱਕ ਚੀਜ਼ ਕਿਉਂ ਥੋਪੀ ਜਾ ਰਹੀ ਹੈ? ਛੋਟੀਆਂ ਬੱਚੀਆਂ ਨੂੰ ਅਜਿਹੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਤੁਹਾਨੂੰ ਆਪਣੀ ਧੀ ਦੇ ਆਲੇ-ਦੁਆਲੇ ਦੇ ਮਾਹੌਲ ਪ੍ਰਤੀ ਸੁਚੇਤ ਰਹਿਣਾ ਪਵੇਗਾ। ਤੁਹਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਉਹ ਕਿਸ ਨਾਲ ਮਿਲਦੀ ਜੁਲਦੀ ਹੈ, ਉਹ ਕੀ ਕਰਦੀ ਹੈ, ਕਿੱਥੇ ਜਾਂਦੀ ਹੈ, ਉਸ ਦੇ ਨਾਲ ਕੌਣ ਰਹਿੰਦਾ ਹੈ। ਪਰ ਇਸ ਦੇ ਨਾਲ ਹੀ ਤੁਹਾਨੂੰ ਆਪਣੀ ਬੇਟੀ ਦੀ ਦੇਖਭਾਲ ਵੀ ਕਰਨੀ ਪਵੇਗੀ। ਜਿਵੇਂ ਹੀ ਅਲਟਰਾਸਾਊਂਡ ਦੀ ਰਿਪੋਰਟ ਆਵੇਗੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਬੇਟੀ ਨੂੰ ਕੀ ਸਮੱਸਿਆ ਹੈ। ਮੈਂ ਉਸ ਔਰਤ ਨੂੰ ਦੱਸਿਆ, ਭਾਵੇਂ ਮੈਨੂੰ ਸਭ ਕੁਝ ਪਤਾ ਸੀ, ਅਲਟਰਾਸਾਊਂਡ ਪੜ੍ਹਨਾ ਮੇਰੇ ਲਈ ਔਖਾ ਨਹੀਂ ਸੀ। ਮੈਂ ਅਜੇ ਅੱਧਾ ਘੰਟਾ ਸੋਚਿਆ ਮੈਂ ਉਸ ਔਰਤ ਨੂੰ ਕੀ ਕਹਾਂ ਕਿ ਉਸ ਨੂੰ ਬੁਰਾ ਨਾ ਲੱਗੇ, ਆਪਣੀ ਧੀ ਨੂੰ ਕੁੱਟਣਾ ਸ਼ੁਰੂ ਨਾ ਕਰ ਦੇਵੇ। ਮੈਂ ਉਸ ਔਰਤ ਨਾਲ ਬੜੇ ਤਰੀਕੇ ਨਾਲ ਗੱਲ ਕੀਤੀ। ਮੈਂ ਕਿਹਾ, ਦੇਖੋ, ਤੁਹਾਡੀ ਧੀ ਬਹੁਤ ਨਾਜ਼ੁਕ ਹਾਲਤ ਵਿੱਚੋਂ ਲੰਘ ਰਹੀ ਹੈ। ਇਸ ਹਾਲਤ ਵਿੱਚ ਉਸ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਉਸ ਦੀ ਬਹੁਤ ਦੇਖਭਾਲ ਕਰਨੀ ਪਵੇਗੀ। ਜੇਕਰ ਤੁਸੀਂ ਉਸ ਦੀ ਦੇਖਭਾਲ ਕਰੋਗੇ ਤਾਂ ਹੀ ਉਸ ਦੀ ਜ਼ਿੰਦਗੀ ਸੌਖੀ ਹੋਵੇਗੀ। ਵੈਸੇ ਵੀ ਤੁਸੀਂ ਬੱਚੀ ਦੀ ਮਾਂ ਹੋ, ਤੁਸੀਂ ਕੋਈ ਦੁਸ਼ਮਣ ਨਹੀਂ ਜੋ ਉਸ ਨਾਲ ਅਜਿਹਾ ਸਲੂਕ ਕਰੋਗੇ। ਤੁਹਾਡੀ ਬੱਚੀ ਕੁੱਖ ਤੋਂ ਹੈ ਅਤੇ ਇਸ ਬੱਚੀ ਨੂੰ 7ਵਾਂ ਮਹੀਨਾ ਬੀਤ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਜੇ ਮੈਂ ਤੁਹਾਡੀ ਬੱਚੀ ਨੂੰ ਦਵਾਈ ਦੇਵਾਂ ਫਿਰ ਸੰਭਵ ਹੈ ਕਿ ਉਸ ਨੂੰ ਸਾਰੀ ਉਮਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਤੂੰ ਅਜਿਹਾ ਕਰ, ਆਪਣੀ ਧੀ ਨੂੰ ਲੈ ਜਾ, ਇਸ ਦਾ ਖਿਆਲ ਰੱਖੋ, ਬੱਚਾ ਪੈਦਾ ਹੋਣ ਦਿਓ। ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਾ ਕਰੋ। ਪਹਿਲੀ ਗੱਲ, ਉਹ ਬਹੁਤ ਛੋਟੀ ਹੈ। ਦੂਸਰਾ, ਤੁਹਾਡੀ ਬੇਟੀ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਦੀ ਸੰਭਾਲ ਕਰੋ, ਉਸ ਨੂੰ ਘਰ ਲੈ ਜਾਓ। ਮੈਂ ਉਸ ਔਰਤ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ, ਪਰ ਉਹ ਰੋਣ ਲੱਗ ਪਈ। ਉਸ ਨੇ ਕਿਹਾ, ਡਾਕਟਰ ਸਾਹਿਬ, ਤੁਸੀਂ ਕੀ ਕਹਿ ਰਹੇ ਹੋ? ਇਹ ਬਿਲਕੁਲ ਸੰਭਵ ਨਹੀਂ ਹੈ। ਜੇ ਮੈਂ ਆਪਣੀ ਧੀ ਨੂੰ ਆਪਣੇ ਘਰ ਲੈ ਗਈ, ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਨੂੰ ਜਿੰਦਾ ਦਫਨ ਕਰ ਦਿੱਤਾ ਜਾਵੇਗਾ। ਆਪਣੇ ਆਪ ਨੂੰ ਮੇਰੀ ਥਾਂ ਤੇ ਰੱਖ ਕੇ ਸੋਚੋ ਕਿ ਜੇਕਰ ਤੁਹਾਡੀ ਬੱਚੀ ਨਾਲ ਅਜਿਹਾ ਹੁੰਦਾ ਤਾਂ ਤੁਸੀਂ ਕੀ ਕਰਦੇ, ਤਾਂ ਕਿ ਤੁਹਾਡਾ ਪਤੀ ਤੁਹਾਨੂੰ ਕਦੇ ਮਾਫ ਕਰੇਗਾ? ਸਾਰਾ ਮਾਮਲਾ ਬੱਚੇ ਦੀ ਮਾਂ ਤੇ ਪੈਂਦਾ ਹੈ। ਠੀਕ ਹੈ, ਉਸ ਦੀ ਪਰਵਰਿਸ਼ ਤੇ ਸਵਾਲ ਉੱਠਦੇ ਹਨ। ਮੈਂ ਉਸ ਨੂੰ ਘਰ ਨਹੀਂ ਲੈ ਜਾ ਸਕਦੀ। ਤੁਹਾਨੂੰ ਕੋਈ ਨਾ ਕੋਈ ਰਾਸਤਾ ਲੱਭਣਾ ਚਾਹੀਦਾ ਹੈ, ਨਹੀਂ ਤਾਂ ਮੇਰੇ ਲਈ ਆਪਣੀ ਧੀ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਅਤੇ ਮੇਰੇ ਕੋਲ ਆਪਣੀ ਧੀ ਨੂੰ ਬਚਾਉਣ ਦਾ ਕੋਈ ਰਾਸਤਾ ਵੀ ਨਹੀਂ ਹੋਵੇਗਾ। ਮੈਂ ਇਸ ਔਰਤ ਦੀ ਬੇਵਸੀ ਦੇਖ ਕੇ ਹੈਰਾਨ ਰਹਿ ਗਈ। ਧੀ ਨੂੰ ਛੱਡ ਕੇ ਕਿੱਥੇ ਜਾਵੇਗੀ? ਤੇਰੇ ਤੋਂ ਬਿਨਾਂ ਹੋਰ ਕੌਣ ਹੈ ਤੇਰੀ ਬੱਚੀ ਦਾ ਸਹਾਰਾ? ਦੇਖੋ ਮੈਡਮ, ਮੈਨੂੰ ਇਹ ਨਹੀਂ ਪਤਾ, ਪਰ ਜੇਕਰ ਤੁਹਾਡੇ ਕੋਲ ਕੋਈ ਹੋਰ ਤਰੀਕਾ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ, ਕਿਉਂਕਿ ਇਹ ਬੱਚਾ ਜਾਂ ਤਾਂ ਮਰ ਜਾਵੇਗਾ ਜਾਂ ਤੁਸੀਂ ਇਸ ਦਾ ਕੋਈ ਇਲਾਜ ਕਰਵਾ ਦਿਓ। ਇਹ ਗੱਲ ਕਹਿ ਕੇ ਬੱਚੀ ਦੀ ਮਾਂ ਰੋਣ ਲੱਗ ਪਈ। ਫਿਰ ਮੈਂ ਕੁੜੀ ਦੀ ਮਾਂ ਨੂੰ ਇੱਕ ਸੁਝਾਅ ਦਿੱਤਾ। ਮੈਂ ਉਸ ਔਰਤ ਨੂੰ ਇੱਕ ਗੱਲ ਕਹੀ ਕਿ ਤੁਹਾਡੇ ਲਈ ਇਹ ਸੰਭਵ ਹੈ ਕਿ ਜੇਕਰ ਤੁਸੀਂ ਆਪਣੀ ਬੱਚੀ ਨੂੰ ਮੇਰੇ ਕਲੀਨਿਕ ਵਿੱਚ ਰਹਿਣ ਦਿਓ ਅਤੇ ਬੱਚੇ ਦੇ ਜਨਮ ਤੱਕ ਉਸ ਨੂੰ ਘਰ ਨਾ ਲੈ ਕੇ ਜਾਓ। ਉਸ ਨੇ ਤੁਰੰਤ ਕਿਹਾ ਕਿ ਹਾਂ, ਇਹ ਸੰਭਵ ਹੈ। ਮੈਂ ਆਪਣੇ ਪਤੀ ਨੂੰ ਦੱਸਾਂਗੀ ਕਿ ਮੈਂ ਆਪਣੀ ਧੀ ਨੂੰ ਆਪਣੀ ਭੈਣ ਦੇ ਘਰ ਭੇਜ ਦਿੱਤਾ ਹੈ। ਭੈਣ ਚੰਗੀ ਹੈ, ਉਹ ਮੇਰਾ ਸਾਥ ਦੇਵੇਗੀ। ਉਸ ਨੂੰ ਇਹ ਵੀ ਪਤਾ ਹੈ ਕਿ ਮੇਰੀ ਧੀ ਨੂੰ ਕੀ ਸਮੱਸਿਆ ਹੈ। ਮੈਂ
ਆਪਣੇ ਪਤੀ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਵਾਂਗੀ। ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਕੰਮ ਲਈ ਕਿੰਨੇ ਪੈਸੇ ਲੱਗਣਗੇ। ਔਰਤ ਬਿਮਾਰ ਵੀ ਸੀ ਤੇ ਲਾਚਾਰ ਵੀ। ਉਹ ਆਪਣੀ ਧੀ ਲਈ ਬਹੁਤ ਚਿੰਤਿਤ ਸੀ। ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਕੋਈ ਪੈਸਾ ਨਹੀਂ ਚਾਹੀਦਾ। ਮੈਂ ਤੁਹਾਨੂੰ ਇਸ ਕੁੜੀ ਲਈ ਤਰਸ ਕਰਕੇ ਦੱਸ ਰਹੀ ਹਾਂ। ਵੈਸੇ ਵੀ ਰਾਤ ਨੂੰ ਮੇਰੇ ਕਲੀਨਿਕ ਵਿੱਚ ਕੋਈ ਨਹੀਂ ਹੁੰਦਾ। ਜੇ ਮੈਂ ਉੱਥੇ ਹਾਂ ਤਾਂ ਮੈਂ ਉਸ ਦੀ ਦੇਖਭਾਲ ਕਰਾਂਗੀ ਅਤੇ ਬਾਕੀ ਸਮਾਂ ਮੈਂ ਉਸ ਨੂੰ ਆਪਣੇ ਘਰ ਲੈ ਜਾਵਾਂਗੀ। ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਉਸ ਨੂੰ ਇੱਥੇ ਹੀ ਛੱਡ ਦਿਓ। ਉਸ ਕੁੜੀ ਦੀ ਮਾਂ ਹੋਰ ਕੀ ਚਾਹੁੰਦੀ ਸੀ? ਮੈਂ ਪਹਿਲਾਂ ਹੀ ਚਿੰਤਿਤ ਸੀ। ਉਸ ਨੇ ਕਿਹਾ ਠੀਕ ਹੈ, ਮੈਂ ਉਸ ਨੂੰ ਇੱਥੇ ਛੱਡ ਜਾਵਾਂਗੀ। ਉਸ ਦੇ ਜਾਣ ਤੋਂ ਬਾਅਦ ਮੈਂ ਕੁੜੀ ਨੂੰ ਪੁੱਛਿਆ, ਬੇਟਾ ਤੂੰ ਸਕੂਲ ਜਾਂਦੀ ਆ? ਉਸ ਨੇ ਮੈਨੂੰ ਸਭ ਕੁਝ ਦੱਸਿਆ। ਮੈਨੂੰ ਲੱਗਦਾ ਹੈ ਕਿ ਸ਼ਾਇਦ ਸਕੂਲ ਦੇ ਅਧਿਆਪਕ ਨੇ ਉਸ ਨਾਲ ਕੁਝ ਅਜਿਹਾ ਕੀਤਾ ਹੋਵੇਗਾ ਜਿਸ ਦਾ ਨਤੀਜਾ ਇਹ ਨਿਕਲ ਸਕਦਾ ਹੈ, ਪਰ ਅਜਿਹਾ ਬਿਲਕੁਲ ਨਹੀਂ ਸੀ। ਬਹੁਤ ਡਰੀ ਹੋਣ ਦੇ ਬਾਵਜੂਦ ਕੁੜੀ ਨੇ ਮੈਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ। ਲੱਗਦਾ ਸੀ ਕਿ ਕੁੜੀ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਇਸ ਨਾਲ ਕੀ ਹੋਇਆ ਤੇ ਕਦੋਂ ਹੋਇਆ, ਕਿਵੇਂ ਹੋਇਆ, ਅਤੇ ਉਹ ਆਪਣੇ ਪੇਟ ਤੇ ਹੱਥ ਰੱਖ ਕੇ ਮਾਸੂਮੀਅਤ ਨਾਲ ਪੁੱਛਣ ਲੱਗੀ, ਡਾਕਟਰ ਸਾਹਿਬ ਕੀ ਮੇਰੇ ਵੀ ਬੱਚੇ ਹੋਣਗੇ? ਕੀ ਮੈਂ ਮਾਂ ਬਣਾਂਗੀ? ਹਾਂ ਪੁੱਤਰ, ਤੂੰ ਮਾਂ ਬਣੇਗੀ, ਪਰ ਇਸ ਦੇ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਤੁਹਾਨੂੰ ਖੁਸ਼ ਰਹਿਣਾ ਹੋਵੇਗਾ। ਮੈਂ ਉਸ ਨੂੰ ਉਛਲ ਕੂਦ ਕਰਨ ਤੋਂ ਰੋਕਿਆ, ਕਿਹਾ ਕਿ ਹੁਣ ਤੁਹਾਨੂੰ ਆਪਣਾ ਖਿਆਲ ਰੱਖਣਾ ਅਤੇ ਆਰਾਮ ਕਰਨਾ ਪਵੇਗਾ। ਤੁਸੀਂ ਆਪਣੇ ਲਈ ਰੱਬ ਅੱਗੇ ਅਰਦਾਸ ਕਰੋ। ਜੇ ਕਿਸੇ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਤਾਂ ਮੈਨੂੰ ਸੱਚ ਦੱਸਣਾ। ਉਸ ਨੇ ਸਿਰਫ ਆਪਣਾ ਸਿਰ ਹਿਲਾਇਆ ਤੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ। ਮੈਂ ਉਸ ਦੀਆਂ ਗੱਲਾਂ ਨੂੰ ਸਮਝ ਰਹੀ ਸੀ, ਪਰ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਅਗਲੇ ਦਿਨ ਕੁੜੀ ਦੀ ਮਾਂ ਆਈ। ਉਸ ਕੋਲ ਖਾਣ ਪੀਣ ਲਈ ਹਲਵਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸਨ। ਮੈਂ ਬੱਚੀ ਦੀ ਮਾਂ ਤੋਂ ਸਭ ਕੁਝ ਲੈ ਕੇ ਕਲੀਨਿਕ ਵਿੱਚ ਹੀ ਰੱਖ ਲਿਆ। ਲੜਕੀ ਦੀ ਮਾਂ ਨੇ ਇਹ ਵੀ ਕਿਹਾ ਕਿ ਉਹ ਉਸ ਨੂੰ ਮਿਲਣ ਆਉਂਦੀ ਰਹੇਗੀ। ਬੱਚੀ ਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਹੋਈ, ਪਰ ਉਹ ਮੁਸੀਬਤ ਵਿੱਚ ਸੀ। ਖੈਰ, ਮੈਂ ਉਸ ਨੂੰ ਕਲੀਨਿਕ ਵਿੱਚ ਹੀ ਰੱਖਿਆ। ਉਸ ਦੀ ਡਿਲੀਵਰੀ ਦਾ ਦਿਨ ਵੀ ਨੇੜੇ ਆ ਰਿਹਾ ਸੀ। ਮੈਨੂੰ ਇਹ ਵੀ ਚਿੰਤਾ ਸੀ ਕਿ ਕੁੜੀ ਦਾ ਕੇਸ ਵਿਗੜ ਸਕਦਾ ਹੈ, ਕਿਉਂਕਿ ਮੈਂ ਉਸ ਦੀ ਮਾਂ ਨੂੰ ਕਿਹਾ ਸੀ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਤੁਹਾਡੀ ਧੀ ਦਾ ਕੇਸ ਮੇਰੇ ਹੱਥ ਵਿੱਚ ਹੈ। ਇਸ ਲਈ ਮੈਂ ਇਸ ਨੂੰ ਵਿਅਰਥ ਨਹੀਂ ਜਾਣ ਦੇਵਾਂਗੀ ਅਤੇ ਨਾ ਹੀ ਇਸ ਦਾ ਉਸ ਦੇ ਭਵਿੱਖ ਵਿੱਚ ਕੋਈ ਫਰਕ ਪਵੇਗਾ। ਗਰਭ ਅਵਸਥਾ ਦੇ ਦਿਨ ਉਸ ਨੇ 2 ਸੁੰਦਰ ਬੱਚਿਆਂ ਨੂੰ ਜਨਮ ਦਿੱਤਾ। ਬੱਚੇ ਮੋਟੇ, ਪਿਆਰੇ ਅਤੇ ਤੰਦਰੁਸਤ ਸਨ। ਜਦੋਂ ਮੈਂ ਉਹਨਾਂ ਬੱਚਿਆਂ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਦੋਵੇਂ ਜੁੜਵਾ ਸਨ। ਮੈਂ ਪਹਿਲਾਂ ਕਦੇ ਅਜਿਹਾ ਨਹੀਂ ਦੇਖਿਆ ਸੀ। ਬੱਚਿਆਂ ਦੀ ਸਿਹਤ ਵਿਗੜਦੀ ਜਾ ਰਹੀ ਸੀ। ਮੈਂ ਉਸ ਨੂੰ ਹਸਪਤਾਲ ਤੋਂ ਘਰ ਲੈ ਗਈ। ਹੁਣ ਉਹ ਵੱਡੀ ਔਰਤ ਜਾਪਦੀ ਸੀ। ਮੈਂ ਵੀ ਉਸ ਲਈ ਉਦਾਸ ਸੀ। ਮੈਂ ਉਸ ਨੂੰ ਦੁਬਾਰਾ ਪੁੱਛਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਕੁਝ ਪਤਾ ਨਹੀਂ ਸੀ। ਉਹ ਬੱਚੇ ਉਸ ਦੇ ਨਾਲ ਸਨ, ਪਰ ਮੈਂ ਉਸ ਨੂੰ ਘਰ ਵਿੱਚ ਕਿਸੇ ਨੂੰ ਇਹ ਦੱਸਣ ਤੋਂ ਸਖਤ ਮਨਾ ਕੀਤਾ ਸੀ। ਮੈਂ ਬੱਚੀ ਦੀ ਮਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ ਕਿ ਦੋਵੇਂ ਬੱਚੇ ਜੁੜਵਾ ਪੈਦਾ ਹੋਏ ਹਨ। ਮੈਂ ਉਹਨਾਂ ਬੱਚਿਆਂ ਨੂੰ ਕਿਸੇ ਨੂੰ ਗੋਦ ਦੇ ਦੇਵਾਂਗੀ। ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬੱਚੀ ਦੀ ਮਾਂ ਆਪਣੇ ਪੱਖ ਤੋਂ ਲਾਪਰਵਾਹ ਹੋ ਗਈ। ਉਸ ਨੇ ਮੈਨੂੰ ਫੀਸ ਦੇ ਦਿੱਤੀ ਅਤੇ ਮੈਨੂੰ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ। ਮੈਂ ਆਪਣੇ ਪਤੀ ਨੂੰ ਦੱਸਿਆ ਸੀ ਕਿ ਮੈਂ ਆਪਣੀ ਧੀ ਨੂੰ ਆਪਣੀ ਭੈਣ ਦੇ ਘਰ ਛੱਡ ਆਈ ਹਾਂ। ਉਸ ਨੂੰ ਰਾਹਤ ਮਿਲੀ, ਪਰ ਜੇ ਉਸ ਨੂੰ ਪਤਾ ਲੱਗ ਜਾਂਦਾ ਤਾਂ ਕੌਣ ਜਾਣਦਾ ਕੀ ਹੁੰਦਾ। ਤੇ ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਮੈਨੂੰ ਲੱਗਦਾ ਹੈ ਕਿ ਉਹ ਹੁਣ ਆਰਾਮ ਕਰਨ ਗਈ ਸੀ। ਉਸ ਦੀ ਚਿੰਤਾ ਵੀ ਖਤਮ ਹੋ ਗਈ ਸੀ, ਪਰ ਮੈਨੂੰ ਬਾਰ-ਬਾਰ ਉਸ ਦੀ ਧੀ ਯਾਦ ਆ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਹੋਵੇ, ਪਰ ਪਰੇਸ਼ਾਨੀ ਕਾਰਨ ਉਹ ਕੁਝ ਨਹੀਂ ਦੱਸ ਸਕੀ। ਮੈਂ ਉਸ ਤੋਂ ਹੋਰ ਕੁਝ ਨਹੀਂ ਪੁੱਛਿਆ। ਬੱਚੇ ਦੇ ਜਾਣ ਤੋਂ ਬਾਅਦ ਮੇਰੇ ਕਮਰੇ ਵਿੱਚ ਮੌਜੂਦ ਨਰਸ ਨੇ ਮੈਨੂੰ ਇੱਕ ਅਜੀਬ ਗੱਲ ਦੱਸੀ। ਉਸ ਨੇ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਲੜਕੀ ਦੀ ਮਾਂ ਦਾ ਰਵੱਈਆ ਕੁਝ ਅਜੀਬ ਹੈ, ਜਿਸ ਬਾਰੇ ਮੈਨੂੰ ਸ਼ੱਕ ਸੀ। ਮੈਂ ਵੀ ਇਸੇ ਤਰ੍ਹਾਂ ਮਹਿਸੂਸ ਕਰ ਰਹੀ ਸੀ, ਪਰ ਮੈਂ ਆਪਣਾ ਸਿਰ ਹਿਲਾਇਆ। ਮੈਂ ਬੇਕਾਰ ਗੱਲਾਂ ਵਿੱਚ ਉਲਝਣਾ ਨਹੀਂ ਚਾਹੁੰਦੀ ਸੀ। ਮੈਨੂੰ
ਇਸ ਤੇ ਸ਼ੱਕ ਵੀ ਨਹੀਂ ਸੀ। ਮੈਨੂੰ ਉਸ ਕੁੜੀ ਨੂੰ ਦੁਬਾਰਾ ਦੇਖਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਸਮੱਸਿਆ ਸੀ ਜੋ ਉਹਨਾਂ ਲੋਕਾਂ ਨੇ ਭੁਗਤਿਆ ਸੀ। ਮੈਨੂੰ ਵੀ ਪੂਰਾ ਭਰੋਸਾ ਸੀ ਕਿ ਉਹ ਮਾਪੇ ਆਪਣੀ ਧੀ ਦਾ ਖਾਸ ਖਿਆਲ ਰੱਖਣਗੇ ਅਤੇ ਉਸ ਨੂੰ ਬਾਹਰ ਨਹੀਂ ਜਾਣ ਦੇਣਗੇ। ਉਹ ਨਾ ਸਿਰਫ ਉਸ ਦੀ ਹਰ ਹਰਕਤ ਤੇ ਨਜ਼ਰ ਰੱਖਣਗੇ, ਸਗੋਂ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖਣਗੇ ਜਿਨ੍ਹਾਂ ਨੂੰ ਉਹ ਮਿਲਦੀ ਹੈ ਕਿ ਉਸ ਕੁੜੀ ਦੀ ਜ਼ਿੰਦਗੀ ਵਿੱਚ ਇੱਕ ਆਖਰੀ ਅਤੇ ਪਹਿਲੀ ਘਟਨਾ ਹੋਵੇਗੀ। ਪਰ ਫਿਰ ਕੁਝ ਅਜਿਹਾ ਹੋਇਆ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। 7-8 ਮਹੀਨੇ ਬੀਤ ਚੁੱਕੇ ਸਨ। ਕੁੜੀ ਫਿਰ ਮੇਰੇ ਕਲੀਨਿਕ ਵਿੱਚ ਆ ਗਈ। ਇਸ ਵਾਰ ਉਸ ਦੀ ਮਾਮੀ ਅਤੇ ਮਾਂ ਉਸ ਦੇ ਨਾਲ ਸਨ। ਉਸ ਦਾ ਕੱਦ ਕਾਫੀ ਵੱਧ ਗਿਆ ਸੀ। ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਸਮੱਸਿਆ ਨਹੀਂ ਸੀ ਜਿਸ ਲਈ ਉਹ ਮੇਰੇ ਕੋਲ ਗੱਲ ਕਰਨ ਆਈ ਸੀ। ਪਰ ਆਉਂਦਿਆਂ ਹੀ ਉਹ ਮੇਰੇ ਪੈਰਾਂ ਵਿੱਚ ਡਿੱਗ ਪਈ। ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਕਿਉਂ ਆਏ ਹੋ? ਉਸ ਨੇ ਕਿਹਾ ਕਿ ਮੇਰੀ ਲੜਕੀ ਨਾਲ ਫਿਰ ਅਜਿਹਾ ਹੋ ਗਿਆ ਹੈ ਅਤੇ ਲੜਕੀ ਦੀ ਮਾਂ ਰੋਣ ਲੱਗ ਪਈ। ਉਸ ਦੇ ਹੰਝੂ ਦੇਖ ਕੇ ਮੈਂ ਸਮਝ ਗਈ ਕਿ ਸਮੱਸਿਆ ਫਿਰ ਗੜਬੜ ਹੈ। ਉਸ ਨਾਲ ਫਿਰ ਉਹੀ ਕੁਝ ਵਾਪਰਿਆ ਜਿਸ ਲਈ ਉਹ ਪਹਿਲਾਂ ਮੇਰੇ ਕੋਲ ਆਈ ਸੀ। ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇੰਨੀ ਛੋਟੀ ਉਮਰ ਵਿੱਚ ਇੱਕ ਛੋਟੀ ਜਿਹੀ ਬੱਚੀ ਬਾਰ-ਬਾਰ ਅਜਿਹੇ ਹਾਦਸੇ ਵਿੱਚੋਂ ਕਿਵੇਂ ਗੁਜ਼ਰ ਰਹੀ ਹੈ ਅਤੇ ਉਹ ਵੀ ਜਦੋਂ ਉਸ ਦੀ ਮਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੁੜੀ ਕੁਝ ਜਾਣਦੀ ਹੈ। ਮੈਂ ਕਿਹਾ, ਹੁਣ ਇਹ ਸਭ ਕਿਵੇਂ ਹੋ ਗਿਆ? ਤੁਸੀਂ ਕਿੱਥੇ ਸੀ? ਤੁਹਾਡੀ ਧੀ ਦੇ ਆਲੇ ਦੁਆਲੇ ਅਜਿਹਾ ਕੋਈ ਆਦਮੀ ਹੈ ਜੋ ਇਹ ਕਾਰਾ ਕਰ ਰਿਹਾ ਹੈ? ਫਿਰ ਇਹ ਸਭ ਕੀ ਹੈ? ਬੱਚੀ ਦੀ ਮਾਂ ਨੇ ਰੋਂਦੇ ਹੋਏ ਕਿਹਾ, ਡਾਕਟਰ ਸਾਹਿਬ, ਮੈਂ ਖੁਦ ਇਸ ਬਾਰੇ ਨਹੀਂ ਜਾਣਦੀ। ਮੇਰੀਆਂ ਲੱਤਾਂ ਉਦੋਂ ਤੋਂ ਕੰਬ ਰਹੀਆਂ ਹਨ ਜਦੋਂ ਤੋਂ ਮੈਨੂੰ ਆਪਣੀ ਧੀ ਬਾਰੇ ਅਜਿਹਾ ਪਤਾ ਲੱਗਾ ਹੈ। ਤੁਸੀਂ ਘੱਟੋ ਘੱਟ ਉਸ ਦੀ ਜਾਂਚ ਕਰ ਸਕਦੇ ਹੋ ਅਤੇ ਇਹ ਪਤਾ ਲਗਾ ਸਕਦੇ ਹੋ ਕਿ ਮੈਂ ਜੋ ਵੀ ਸੋਚ ਰਹੀ ਹਾਂ ਉਹ ਸਹੀ ਹੈ ਜਾਂ ਗਲਤ, ਕਿਉਂਕਿ ਮੈਂ ਉਸ ਨੂੰ ਪਰਖਿਆ ਨਹੀਂ ਸੀ। ਤੁਸੀਂ ਮੇਰੀ ਪਰੇਸ਼ਾਨੀ ਨੂੰ ਸਮਝ ਸਕਦੇ ਹੋ। ਮੈਂ ਇਸ ਨੂੰ ਤੁਹਾਡੇ ਕੋਲ ਲੈ ਕੇ ਆਈ ਹਾਂ। ਰੱਬ ਦਾ ਵਾਸਤਾ ਜਾਂਚ ਕਰਕੇ ਦੱਸੋ ਕਿ ਮੈਂ ਜੋ ਸੋਚ ਰਹੀ ਹਾਂ ਉਹ ਸਹੀ ਹੈ ਜਾਂ ਗਲਤ। ਰੱਬ ਕਰੇ ਕਿ ਜੋ ਕੁਝ ਸੋਚ ਰਹੀ ਹਾਂ ਉਹ ਸਭ ਝੂਠ ਨਿਕਲੇ, ਨਹੀਂ ਤਾਂ ਮੈਂ ਜਿਉਂਦੇ ਜੀ ਹੀ ਮਰ ਜਾਵਾਂਗੀ। ਹੁਣ ਮੈਂ ਉਸ ਦੇ ਬਾਪੂ ਨੂੰ ਕੀ ਬਹਾਨਾ ਲਾਵਾਂਗੀ? ਹੁਣ ਮੇਰੀ ਜ਼ਿੰਦਗੀ ਵਿੱਚ ਤੂਫਾਨ ਆਵੇਗਾ। ਮੇਰੀ ਜ਼ਿੰਦਗੀ ਸਦਾ ਲਈ ਖਰਾਬ ਹੋ ਜਾਵੇਗੀ। ਮੈਂ ਉਸ ਨੂੰ ਦਿਲਾਸਾ ਦਿੱਤਾ, ਕਿਹਾ ਕਿ ਤੁਹਾਨੂੰ ਬੇਕਾਰ ਦਾ ਸ਼ੱਕ ਨਹੀਂ ਕਰਨਾ ਚਾਹੀਦਾ। ਪਹਿਲਾਂ ਮੈਨੂੰ ਤੁਹਾਡੀ ਧੀ ਦੀ ਜਾਂਚ ਕਰਨ ਦਿਓ। ਟੈਸਟ ਦੀ ਰਿਪੋਰਟ ਆਉਣ ਤੱਕ ਬੇਕਾਰ ਦੀ ਚਿੰਤਾ ਨਾ ਕਰੋ। ਜਦੋਂ ਮੈਂ ਉਸ ਬੱਚੀ ਨੂੰ ਮੇਰੇ ਅਲਟਰਾਸਾਊਂਡ ਕਮਰੇ ਵਿੱਚ ਲੈ ਕੇ ਗਈ ਤਾਂ ਜਿਵੇਂ ਹੀ ਮੈਂ ਅਲਟਰਾਸਾਊਂਡ ਸਕਰੀਨ ਵੱਲ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ। ਮੈਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਸੀ। ਇਹ ਫਿਰ ਦੁਬਾਰਾ ਤੋਂ ਮੈਂ ਕੁੜੀ ਦੀ ਮਾਂ ਨੂੰ ਸੱਚ ਦੱਸ ਦਿੱਤਾ। ਉਸ ਨੇ ਕਿਹਾ, ਇਹ ਨਾ ਕਹੋ, ਮੈਨੂੰ ਦੱਸੋ ਕਿ ਸਭ ਝੂਠ ਹੈ। ਮੈਂ ਸੱਚ ਕਹਿ ਰਹੀ ਹਾਂ। ਗੀਤਾਂ ਦੀ ਸਹੁੰ, ਮੈਂ ਇਹ ਮੰਨਣ ਲਈ ਤਿਆਰ ਹਾਂ ਕਿ ਮੈਂ ਜੋ ਵੀ ਕਹਿ ਰਹੀ ਹਾਂ ਉਹ ਬਿਲਕੁਲ ਸਹੀ ਹੈ। ਮੈਂ ਆਪਣੀ ਧੀ ਦੇ ਦੋਸ਼ੀ ਨੂੰ ਨਹੀਂ ਜਾਣਦੀ। ਤੁਹਾਨੂੰ ਮੇਰੇ ਤੇ ਸ਼ੱਕ ਹੋ ਸਕਦਾ ਹੈ। ਇਹ ਕਿਹੋ ਜਿਹੀ ਮਾਂ ਹੈ ਜੋ ਆਪਣੀ ਧੀ ਬਾਰੇ ਇੰਨਾ ਵੀ ਨਹੀਂ ਜਾਣਦੀ? ਪਰ ਮੈਂ ਸਹੁੰ ਖਾਂਦੀ ਹਾਂ, ਮੈਨੂੰ ਸੱਚਮੁੱਚ ਨਹੀਂ ਪਤਾ ਕਿ ਇਹ ਸਭ ਕਿਵੇਂ ਹੋਇਆ। ਮੈਂ ਕਿਹਾ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਸਮੱਸਿਆ ਦਵਾਈਆਂ ਨਾਲ ਠੀਕ ਹੋ ਜਾਵੇਗੀ। ਤੁਹਾਨੂੰ ਉਹ ਸਮੱਸਿਆਵਾਂ ਨਹੀਂ ਹੋਣਗੀਆਂ ਜੋ ਪਹਿਲਾਂ ਹੋਈਆਂ ਸਨ, ਪਰ ਜੇਕਰ ਅਜਿਹਾ ਬਾਰ-ਬਾਰ ਹੁੰਦਾ ਹੈ ਤਾਂ ਤੁਹਾਡੀ ਬੱਚੀ ਦੀ ਸਿਹਤ ਵਿਗੜ ਜਾਵੇਗੀ। ਕੁੜੀਆਂ ਲਈ ਛੋਟੀ ਉਮਰ ਵਿੱਚ ਹੀ ਅਜਿਹੀਆਂ ਮੁਸੀਬਤਾਂ ਬਹੁਤ ਖਤਰਨਾਕ ਹੁੰਦੀਆਂ ਹਨ। ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਦੀ ਸਿਹਤ ਕਿਵੇਂ ਹੈ? ਇੱਕ ਜਵਾਨ ਹੈ, ਦੂਜੀ ਕਮਜ਼ੋਰ ਹੈ। ਤੁਹਾਨੂੰ ਇਸ ਦੀ ਦੇਖਭਾਲ ਕਰਨੀ ਪਵੇਗੀ। ਮੇਰੀ ਗੱਲ ਸੁਣ ਕੇ ਉਸ ਨੇ ਕਿਹਾ, ਮੈਂ ਤੁਹਾਡੀ ਗੱਲ ਦਾ ਧਿਆਨ ਜ਼ਰੂਰ ਰੱਖਾਂਗੀ। ਤੁਸੀਂ ਮੈਨੂੰ ਦਵਾਈ ਦੇ ਦਿਓ, ਪਰ ਦੱਸੋ ਮੇਰੀ ਧੀ ਦਾ ਦੋਸ਼ੀ ਕੌਣ ਹੈ? ਮੇਰੇ ਕਲੀਨਿਕ ਵਿੱਚ ਬੈਠੀ ਔਰਤ ਰੋਣ ਲੱਗ ਪਈ। ਮੈਂ ਕਿਹਾ ਕਿ ਮੈਨੂੰ ਵੀ ਇਹ ਗੱਲ ਸਮਝ ਨਹੀਂ ਆਉਂਦੀ, ਪਰ ਮੈਂ ਕਈ ਵਾਰ ਤੁਹਾਡੀ ਧੀ ਨੂੰ ਗੱਲਬਾਤ ਵਿੱਚ ਉਲਝਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ, ਜੇ ਉਸ ਦੀ ਨਜ਼ਰ ਵਿੱਚ ਕੋਈ ਦੋਸ਼ੀ ਹੈ ਤਾਂ ਮੈਨੂੰ ਦੱਸੋ। ਪਰ ਉਸ ਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਤੱਕ ਅਜਿਹਾ ਨਹੀਂ ਹੋਇਆ। ਮੈਂ ਇੱਕ ਆਦਮੀ ਨੂੰ ਦੇਖਦੀ ਹਾਂ ਜੋ ਮੇਰੇ ਵੱਲ ਬੁਰੀਆਂ ਨਜ਼ਰਾਂ ਨਾਲ ਦੇਖਦਾ ਹੈ। ਮੈਨੂੰ
ਛੂਹਣ ਦੀ ਕੋਸ਼ਿਸ਼ ਕਰਦਾ ਹੈ। ਬਸ ਜੋ ਕੁਝ ਵੀ ਹੁੰਦਾ ਹੈ ਉਹ ਅਚਾਨਕ ਹੁੰਦਾ ਹੈ। ਮੈਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ। ਕੁੜੀ ਦੀ ਗੱਲ ਸੁਣ ਕੇ ਮੈਂ ਵੀ ਹੈਰਾਨ ਰਹਿ ਗਈ। ਮੈਂ ਸੋਚਿਆ ਸ਼ਾਇਦ ਇਹ ਆਖਰੀ ਵਾਰ ਹੋਵੇਗਾ, ਹੁਣ ਇਸ ਬੱਚੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਪਰ ਉਸ ਘਟਨਾ ਨੂੰ ਕੁਝ ਦਿਨ ਹੀ ਹੋਏ ਸਨ, ਅਜੇ 2-3 ਮਹੀਨੇ ਹੀ ਹੋਏ ਹੋਣਗੇ ਕਿ ਕੁੜੀ ਨੂੰ ਫਿਰ ਗੁਰਦਿਆਂ ਦੀ ਸਮੱਸਿਆ ਆ ਗਈ। ਇਸ ਵਾਰ ਉਸ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਮੈਨੂੰ ਲੱਗਿਆ ਕਿ ਇਹ ਲੋਕ ਜਾਣਬੁੱਝ ਕੇ ਡਰਾਮਾ ਕਰ ਰਹੇ ਹਨ, ਕਿਉਂਕਿ ਅਜਿਹਾ ਕਦੇ ਵੀ ਸੰਭਵ ਨਹੀਂ ਹੁੰਦਾ ਕਿ ਬੱਚੀ ਗਰਭਵਤੀ ਹੋ ਜਾਵੇ ਅਤੇ ਨਾ ਹੀ ਉਸ ਦੀ ਮਾਂ ਨੂੰ ਪਤਾ ਹੋਵੇ। ਇਹ ਸਭ ਕਿਵੇਂ ਹੋਇਆ? ਇਸ ਬਾਰੇ ਮੈਂ ਅਲਟਰਾਸਾਊਂਡ ਕਰਨ ਦੀ ਵੀ ਹਿੰਮਤ ਨਹੀਂ ਕੀਤੀ, ਸਿਰਫ ਦਵਾਈਆਂ ਲਿਖੀਆਂ। ਪਰ ਬੱਚੀ ਦੀ ਮਾਂ ਬਹੁਤ ਚਿੰਤਿਤ ਸੀ। ਉਸ ਦੀਆਂ ਅੱਖਾਂ ਵਿੱਚ ਵਗਦੇ ਹੰਝੂਆਂ ਨਾਲ ਉਸ ਨੇ ਕਿਹਾ ਕਿ ਮੈਂ ਕਿੱਥੇ ਜਾਵਾਂ? ਉਹ ਸਭ ਮੇਰੀ ਧੀ ਨਾਲ ਫਿਰ ਵਾਪਰਿਆ ਹੈ, ਮੈਂ ਕੀ ਕਰਾਂ? ਮੈਂ ਕਿਹਾ, ਮੈਡਮ, ਅੱਜ ਦੇ ਸਮੇਂ ਵਿੱਚ ਕੋਈ ਵੀ ਇੰਨਾ ਬੇਵਕੂਫ ਨਹੀਂ ਹੈ ਜਿੰਨਾ ਤੁਸੀਂ ਮੈਨੂੰ ਸਮਝਦੇ ਹੋ। ਤੁਹਾਡੀ ਬੱਚੀ ਨਾਲ ਜੋ ਵੀ ਹੋ ਰਿਹਾ ਹੈ, ਦੋਸ਼ੀ ਤੁਹਾਡੇ ਘਰ ਵਿੱਚ ਹੀ ਮੌਜੂਦ ਹੋਵੇਗਾ। ਜਾਂ ਤਾਂ ਤੁਸੀਂ ਦੁਬਾਰਾ ਵਿਆਹ ਕਰਵਾ ਲਿਆ ਹੈ ਕਿ ਤੁਹਾਡੇ ਪਤੀ ਉਸ ਲੜਕੀ ਦਾ ਮਤਰੇਆ ਪਿਤਾ ਹੈ, ਜਾਂ ਕੋਈ ਹੋਰ ਸਮੱਸਿਆ ਹੈ ਜੋ ਤੁਸੀਂ ਮੈਨੂੰ ਨਹੀਂ ਦੱਸ ਰਹੇ ਹੋ। ਜੇਕਰ ਅਜਿਹਾ ਨਹੀਂ ਹੈ ਤਾਂ ਆਪਣੀ ਬੱਚੀ ਦੀ ਰੱਖਿਆ ਕਰੋ ਅਤੇ ਉਸ ਨੂੰ ਹਰ ਸਮੇਂ ਆਪਣੇ ਨਾਲ ਰੱਖੋ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਨੂੰ ਹਰ ਸਮੇਂ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਹੋਵੋਗੇ, ਫਿਰ ਕੁਝ ਅਜਿਹੀ ਸਮੱਸਿਆ ਪੈਦਾ ਹੋਵੇਗੀ। ਮੈਂ ਸਿਰਫ ਆਪਣੀ ਧੀ ਨੂੰ ਸਕੂਲ ਭੇਜਦੀ ਹਾਂ। ਮੈਂ ਅਜੇ ਇਹ ਗੱਲ ਕਹਿ ਹੀ ਰਹੀ ਸੀ ਕਿ ਮੈਂ ਆਪਣੇ ਕਲੀਨਿਕ ਦੇ ਦਰਵਾਜ਼ੇ ਤੇ ਇੱਕ ਹੋਰ ਮਰੀਜ਼ ਦੇ ਆਉਣ ਦੀ ਆਵਾਜ਼ ਸੁਣੀ। ਉਸ ਦੀ ਉਮਰ ਦੇ ਕਰੀਬ ਇੱਕ ਹੋਰ ਕੁੜੀ ਆਪਣੀ ਮਾਂ ਨਾਲ ਮੇਰੇ ਕਲੀਨਿਕ ਵਿੱਚ ਦਾਖਲ ਹੋ ਗਈ। ਮੈਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਅਤੇ ਮੈਂ ਇਹ ਗੱਲ ਤੁਹਾਡੇ ਨਾਲ ਹੀ ਇਕੱਲੇ ਵਿੱਚ ਕਰਨੀ ਹੈ। ਇਹ ਲੋਕ ਇੱਕ ਦੂਜੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸਨ। ਮੈਂ ਦੇਖਿਆ ਕਿ ਔਰਤ ਦੇ ਨਾਲ ਉਸ ਦੀ 13 ਸਾਲ ਦੀ ਧੀ ਵੀ ਸੀ ਅਤੇ ਉਹ ਖੁਦ ਵੀ ਪਰੇਸ਼ਾਨ ਸੀ। ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਲੱਗਦਾ ਸੀ ਕਿ ਉਸ ਦੀ ਸਮੱਸਿਆ ਵੀ ਇਹੋ ਜਿਹੀ ਹੀ ਸੀ। ਮੈਂ ਪਹਿਲੀ ਔਰਤ ਨੂੰ ਉਸ ਦੇ ਘਰ ਭੇਜਿਆ ਅਤੇ ਦੂਜੀ ਔਰਤ ਕੋਲ ਗਈ, ਕਿਉਂਕਿ ਉਹ ਮੇਰੇ ਕਲੀਨਿਕ ਵਿੱਚ ਪਹਿਲੀ ਵਾਰ ਆਈ ਸੀ। ਉਸ ਨੂੰ ਸਮਾਂ ਦੇਣਾ ਜ਼ਰੂਰੀ ਸੀ। ਜਦੋਂ ਮੈਂ ਜਾ ਕੇ ਉਸ ਦੇ ਕੋਲ ਬੈਠੀ ਤਾਂ ਦੇਖਿਆ ਕਿ ਉਸ ਦੀ ਧੀ ਦੇ ਵੀ ਪੇਟ ਵਿੱਚ ਦਰਦ ਹੈ। ਉਸ ਨੇ ਕਿਹਾ, ਮੈਂ ਆਪਣੀ ਬੇਟੀ ਦੇ ਦਰਦ ਤੋਂ ਬਹੁਤ ਚਿੰਤਿਤ ਹਾਂ। ਉਸ ਦੇ ਨਾਲ ਅਜੀਬੋ-ਗਰੀਬ ਘਟਨਾਵਾਂ ਵਾਪਰੀਆਂ ਹਨ ਜੋ ਸਿਰਫ ਵਿਆਹੀਆਂ ਔਰਤਾਂ ਨਾਲ ਹੁੰਦੀਆਂ ਹਨ। ਮੈਂ ਕੁੜੀ ਵੱਲ ਦੇਖਿਆ ਤੇ ਉਸ ਦੀ ਸ਼ਕਲ ਦੇਖ ਕੇ ਮੈਂ ਸਮਝ ਗਈ ਕਿ ਉਸ ਨੂੰ ਵੀ ਪਹਿਲੀ ਕੁੜੀ ਵਰਗੀ ਹੀ ਸਮੱਸਿਆ ਸੀ। ਮੈਂ ਉਸ ਨੂੰ ਅਲਟਰਾਸਾਊਂਡ ਲਈ ਕਮਰੇ ਵਿੱਚ ਭੇਜ ਦਿੱਤਾ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਉਸ ਕੁੜੀ ਨੂੰ ਵੀ ਪਹਿਲੀ ਵਾਲੀ ਕੁੜੀ ਵਰਗੀ ਹੀ ਸਮੱਸਿਆ ਸੀ। ਹੁਣ ਮੈਨੂੰ ਉਸ ਤੇ ਤਰਸ ਆਉਣ ਲੱਗਾ, ਪਰ ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਉਸ ਦੀ ਮਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ, ਤੁਹਾਡੀ ਧੀ ਗਰਭਵਤੀ ਹੈ। ਇਹ ਸੁਣ ਕੇ ਉਹ ਜ਼ਮੀਨ ਉੱਤੇ ਬੈਠ ਗਈ। ਉਸ ਨੇ ਕਿਹਾ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਸੰਭਵ ਹੈ। ਮੈਂ ਉਸ ਨੂੰ ਪਿਛਲੀ ਕੁੜੀ ਬਾਰੇ ਵੀ ਦੱਸਿਆ ਸੀ। ਤੁਹਾਡੀ ਬੇਟੀ ਨਾਲ ਜ਼ਰੂਰ ਕੁਝ ਹੋ ਰਿਹਾ ਹੈ, ਜਿਸ ਦੇ ਨਤੀਜੇ ਸਾਹਮਣੇ ਆਏ ਹਨ। ਜੋ ਤੁਸੀਂ ਕਹਿ ਰਹੇ ਹੋ ਉਹ ਸੰਭਵ ਨਹੀਂ ਹੈ ਕਿ ਮੈਂ ਤੁਹਾਡੀ ਧੀ ਤੇ ਕੋਈ ਦੋਸ਼ ਲਗਾ ਰਹੀ ਹਾਂ, ਪਰ ਹਕੀਕਤ ਦੇਖੋ ਜੋ ਤੁਹਾਡੇ ਸਾਹਮਣੇ ਹੈ। ਇਹ ਸਮੱਸਿਆ ਹੈ। ਤੁਹਾਨੂੰ ਵੀ ਆਪਣੀ ਬੱਚੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਮੈਂ ਇਹ ਗੱਲ ਉਸ ਦੀ ਮਾਂ ਨੂੰ ਦੱਸੀ ਤਾਂ ਉਹ ਰੋਣ ਲੱਗ ਪਈ। ਉਸ ਨੇ ਕਿਹਾ, ਮੈਡਮ, ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਮੇਰੀ ਧੀ ਸਕੂਲ ਜਾਂਦੀ ਹੈ ਅਤੇ ਜਦੋਂ ਉਹ ਘਰ ਆਉਂਦੀ ਹੈ ਤਾਂ ਉਹ ਖੇਡਣ ਲਈ ਜਾਂਦੀ ਹੈ। ਜਦੋਂ ਮੈਨੂੰ ਹੋਰ ਜਾਣਕਾਰੀ ਮਿਲੀ ਤਾਂ ਪਤਾ ਲੱਗਾ ਕਿ ਇਹ ਲੜਕੀ ਅਤੇ ਪਿਛਲੀ ਲੜਕੀ ਇੱਕੋ ਇਲਾਕੇ ਵਿੱਚ ਰਹਿੰਦੀਆਂ ਹਨ, ਇੱਕ ਸਕੂਲ ਵਿੱਚ ਪੜ੍ਹਦੀਆਂ ਹਨ। ਉਹ ਇੱਕ ਦੂਜੇ ਨੂੰ ਨੇੜੇ ਤੋਂ ਵੀ ਜਾਣਦੀਆਂ ਹਨ। ਦੋਵਾਂ ਦੀਆਂ ਕਹਾਣੀਆਂ ਇੱਕੋ ਜਿਹੀਆਂ ਸਨ। ਮੈਂ ਉਸ ਨੂੰ ਕਿਹਾ ਕਿ ਦੇਖੋ, ਮੈਂ ਇੱਕ ਡਾਕਟਰ ਹਾਂ ਅਤੇ ਇਸ ਸਭ ਬਾਰੇ ਚੰਗੀ ਤਰ੍ਹਾਂ ਜਾਣਦੀ ਹਾਂ। ਆਮ ਔਰਤ ਸ਼ਾਇਦ ਇਹਨਾਂ ਗੱਲਾਂ ਨੂੰ ਓਨਾ ਨਹੀਂ ਸਮਝ ਸਕਦੀ ਜਿੰਨੀਆਂ ਮੈਂ ਸਮਝਦੀ ਹਾਂ। ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਕ ਦਿਨ ਆਪਣੇ ਬੱਚਿਆਂ ਕੋਲ ਰਹਿਣ ਦਿਓ। ਇੱਕ ਦਿਨ ਜਦੋਂ ਮੈਂ ਉਹਨਾਂ ਦੇ ਨਾਲ ਰਵਾਂਗੀ, ਮੈਨੂੰ ਪਤਾ ਲੱਗੇਗਾ ਕਿ ਅਜਿਹਾ ਭਿਆਨਕ ਨਤੀਜਾ ਨਿਕਲਦਾ ਹੈ ਅਤੇ ਇਹ ਹਰ ਵਾਰ ਹੁੰਦਾ ਹੈ। ਮੈਂ ਉਹਨਾਂ ਬੱਚਿਆਂ ਦੇ ਸਕੂਲ ਗਈ। ਸਕੂਲ ਵਿੱਚ ਅਜਿਹਾ ਮਾਹੌਲ ਬਿਲਕੁਲ ਵੀ ਨਹੀਂ ਸੀ। ਮੈਨੂੰ ਕਿਸੇ ਤੇ ਸ਼ੱਕ ਨਹੀਂ ਸੀ। ਮੈਂ ਦੇਖਿਆ ਕਿ ਉੱਥੇ ਪੜ੍ਹੇ ਲਿਖੇ ਲੋਕ ਸਨ। ਕਿਸੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸੀ। ਮਾਲੀ ਅਤੇ ਚੌਂਕੀਦਾਰ ਸਾਰੇ ਹੀ ਬਹੁਤ ਹਸਮੁਖ ਸਨ। ਉਹ ਪਰਿਵਾਰਕ ਲੋਕ ਸਨ, ਕਿਉਂਕਿ ਇਹ ਸਕੂਲ ਵੀ ਫੌਜੀ ਲੋਕਾਂ ਦਾ ਸੀ। ਇਸ ਵਿੱਚ ਅਜਿਹਾ ਕੁਝ ਵੀ ਨਹੀਂ ਸੀ।
ਉੱਥੇ ਫੌਜੀ ਨਿਗਮ ਸੀ। ਮੈਨੂੰ ਸਕੂਲ ਵਿੱਚ ਕੁਝ ਨਹੀਂ ਮਿਲਿਆ। ਮੈਂ ਬੱਚਿਆਂ ਦੇ ਖੇਡ ਮੈਦਾਨ ਵਿੱਚ ਜਾ ਰਹੀ ਸੀ। ਮੈਂ ਕੁਝ ਖਤਰਨਾਕ ਖਬਰਾਂ ਸੁਣੀਆਂ ਸਨ। ਕਈ ਕੁੜੀਆਂ ਦੇ ਦੋਸ਼ੀ ਫੜੇ ਗਏ, ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ। ਇਸ ਕਾਰਨ ਕਈ ਲੜਕੀਆਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਸੀ। ਘੱਟੋ ਘੱਟ 30 ਤੋਂ ਵੱਧ ਲੜਕੀਆਂ ਗਰਭਵਤੀ ਹੋ ਗਈਆਂ ਸਨ। ਜਿਵੇਂ ਹੀ ਇਸ ਗੱਲ ਦੀ ਖਬਰ ਆਈ ਤਾਂ ਮੇਰੀ ਦਿਲਚਸਪੀ ਵੱਧ ਗਈ, ਕਿਉਂਕਿ ਮੈਂ 2 ਅਜਿਹੇ ਕੇਸ ਵੀ ਦੇਖੇ ਸਨ ਜਦੋਂ ਛੋਟੀਆਂ ਕੁੜੀਆਂ ਨੂੰ ਬਿਨਾਂ ਕਿਸੇ ਜੁਰਮ ਦੀ ਸਜ਼ਾ ਦਿੱਤੀ ਜਾਂਦੀ ਸੀ। ਇਸ ਸੰਬੰਧੀ ਵਧੇਰੇ ਜਾਣਕਾਰੀ ਮਿਲਣ ਤੇ ਪਤਾ ਲੱਗਾ ਕਿ ਇਹ ਸਾਰੀ ਹਰਕਤ ਇੱਕ ਵੈਨ ਮਾਲਿਕ ਵੱਲੋਂ ਕੀਤੀ ਜਾਂਦੀ ਹੈ, ਜੋ ਕੁੜੀਆਂ ਨੂੰ ਸਕੂਲ ਤੋਂ ਘਰ ਤੱਕ ਲੈ ਕੇ ਜਾਂਦਾ ਸੀ। ਡਰਾਈਵਰ ਦੀ ਮਿਲੀਭਗਤ ਸੀ। ਡਰਾਈਵਰ ਕੁੜੀਆਂ ਨੂੰ ਕੁਝ ਅਜਿਹੀਆਂ ਚੀਜ਼ਾਂ ਦਿੰਦਾ ਸੀ ਜਿਸ ਕਾਰਨ ਉਹਨਾਂ ਦੇ ਹੋਸ਼ ਉੱਡ ਜਾਂਦੇ ਸਨ ਅਤੇ ਕਈ ਡਰਾਈਵਰ ਇਕੱਠੇ ਮਿਲ ਕੇ ਆਪਣੀ ਵਾਸਨਾ ਪੂਰੀ ਕਰ ਲੈਂਦੇ ਸਨ ਅਤੇ ਬਾਅਦ 'ਚ ਕੁੜੀਆਂ ਨੂੰ ਅਜਿਹੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ ਕਿ ਉਹ ਪੂਰੀ ਤਰ੍ਹਾਂ ਆਮ ਹੋ ਜਾਂਦੀਆਂ ਸਨ। ਇਹ ਸਿਲਸਿਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਕਈ ਡਰਾਈਵਰ ਸ਼ਾਮਿਲ ਸਨ। ਜਦੋਂ ਉਹਨਾਂ ਸਾਰਿਆਂ ਦੀ DNA ਰਿਪੋਰਟ ਕੀਤੀ ਗਈ ਤਾਂ ਸਾਰੇ ਅਪਰਾਧੀ ਫੜੇ ਗਏ ਸਨ ਅਤੇ ਜੇਲ੍ਹ ਵਿੱਚ ਧੱਕ ਦਿੱਤੇ ਗਏ ਸਨ। ਸੋ ਮੇਰੀ ਸਾਰੇ ਮਾਪਿਆਂ ਨੂੰ ਇਹ ਬੇਨਤੀ ਹੈ, ਤੁਹਾਨੂੰ ਆਪਣੇ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਦੁਪਹਿਰ ਦੇ ਖਾਣੇ ਤੋਂ ਲੈ ਕੇ ਸਕੂਲ ਦੇ ਖੇਡਣ ਤੱਕ ਸਾਰੀਆਂ ਥਾਵਾਂ ਨੂੰ ਆਪਣੇ ਧਿਆਨ ਵਿੱਚ ਰੱਖੋ ਅਤੇ ਸਮੇਂ ਤੇ ਹਰ ਕਿਸੇ ਨੂੰ ਅਪਡੇਟ ਕਰਦੇ ਰਹੋ, ਕਿਉਂਕਿ ਅੱਜ ਕੱਲ੍ਹ ਲੋਕ ਆਪਣੇ ਮੁਨਾਫੇ ਲਈ ਕਿੰਨੇ ਨੀਵੇਂ ਹੋ ਸਕਦੇ ਹਨ, ਇਸ ਦਾ ਕੋਈ ਹਿਸਾਬ ਨਹੀਂ ਹੈ। ਇਸ ਲਈ ਸੁਚੇਤ ਰਹੋ। ਇੱਕ ਲਾਪਰਵਾਹੀ ਨੇ ਕਈ ਕੁੜੀਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਸੀ। ਸੋਚ ਵੀ ਨਹੀਂ ਸਕਦੇ ਸੀ ਇਸ ਤਰ੍ਹਾਂ ਹੋ ਸਕਦਾ ਹੈ। ਮੈਂ ਅੱਜ ਵੀ ਇਹ ਸੋਚ ਕੇ ਹੈਰਾਨ ਰਹਿ ਜਾਂਦੀ ਹਾਂ। ਪਰਮਾਤਮਾ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਸਬਕ ਸਿਖਾਵੇ ਅਤੇ ਉਹਨਾਂ ਦਾ ਆਉਣ ਵਾਲਾ ਜੀਵਨ ਸੁਖਾਲਾ ਕਰੇ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਕੱਲ ਦੀ ਸਾਡੀ ਨਵੀਂ ਦਿਲਚਸਪ ਕਹਾਣੀ ਦੇ ਨਾਲ ਆਪਣਾ ਪਿਆਰ ਮੇਰੇ ਉੱਤੇ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ।